ਹਾਲੇਲੂਇਆ। ਸਾਰਿਆਂ ਨੂੰ ਜੈ ਮਸੀਹ ਦੀ। ਪ੍ਰਭੂ ਯਿਸੂ ਮਸੀਹ ਦੇ ਨਾਮ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ। ਔਰ ਅੱਜ ਅਸੀਂ ਪਰਮੇਸ਼ਵਰ ਦੇ ਵਚਨ ਦੇ ਵਿੱਚੋਂ ਕੁਝ ਸਿੱਖਾਂਗੇ। ਪਰਮੇਸ਼ਵਰ ਦੇ ਵਚਨ ਦੇ ਵਿੱਚ ਜੋ ਸਾਡੇ ਲਈ ਉਸ ਦੇ ਵਾਅਦੇ ਹਨ ਜਾਂ ਜੋ ਉਸਨੇ ਸਾਨੂੰ ਹੁਕਮ ਦਿੱਤੇ ਹਨ, ਉਹਨਾਂ ਨੂੰ ਅਸੀਂ ਪੂਰਾ ਕਰਨਾ ਹੈ। ਉਸ ਉਹਨਾਂ ਹੁਕਮਾਂ ਦੇ ਬਾਰੇ, ਉਹਨਾਂ ਵਾਅਦਿਆਂ ਦੇ ਬਾਰੇ ਅਸੀਂ ਪਰਮੇਸ਼ਵਰ ਦੇ ਵਿੱਚੋਂ ਅੱਜ ਇੱਕ ਟੌਪਿਕ ਦੇ ਉੱਤੇ ਸਿੱਖਾਂਗੇ ਕਿ ਪਰਮੇਸ਼ਵਰ ਦਾ ਵਚਨ ਸਾਨੂੰ ਕੀ ਆਖਦਾ ਹੈ। ਸੋ ਅਸੀਂ ਉਸ ਵਚਨ ਦੇ ਵਿੱਚ ਜਾਣ ਤੋਂ ਪਹਿਲਾਂ ਪ੍ਰਾਰਥਨਾ ਕਰਾਂਗੇ। ਸੋ ਆਓ ਸਭ ਸਿਰਾਂ ਨੂੰ ਝੁਕਾਈਏ ਔਰ ਪ੍ਰਾਰਥਨਾ ਕਰਦੇ ਹਾਂ। ਮਹਾਨ ਪ੍ਰਭੂ, ਤੁਹਾਡਾ ਧੰਨਵਾਦ, ਸ਼ੁਕਰ, ਤਾਰੀਫ ਕਰਦੇ ਹਾਂ, ਵਡਿਆਈ ਕਰਦੇ ਹਾਂ। ਧੰਨਵਾਦ ਕਰਦੇ ਪਿਤਾ ਪਰਮੇਸ਼ਰ, ਇਸ ਵਚਨ ਨੂੰ ਸਾਡੇ ਜੀਵਨ ਦੇ ਲਈ ਆਸ਼ੀਸ਼ ਔਰ ਬਰਕਤ ਵਾਲਾ ਬਣਾਓ ਪ੍ਰਭੂ। ਇਹ ਵਚਨ ਜੋ ਅਸੀਂ ਸਿੱਖੀਏ ਖੁਦਾ, ਸਾਡੀ ਆਤਮਿਕ ਉન્નਤੀ ਦਾ ਕਾਰਨ ਹੋਵੇ। ਸਾਡੇ ਸ਼ਿੰਗਾਰ ਦੇ ਵਿੱਚ ਖੁਦਾਵੰਦ ਇਹ ਵਾਅਦਾ ਕਰੇ, ਅਸੀਂ ਆਤਮਿਕ ਸ਼ਿੰਗਾਰ ਦੇ ਵਿੱਚ ਖੁਦਾ ਆਪਣੇ ਆਪ ਨੂੰ ਹੋਰ ਵੀ ਤੇਰੇ ਲਾਇਕ ਬਣਾਈਏ ਪ੍ਰਭੂ, ਤੇਰੇ ਯੋਗ ਬਣਾਈਏ, ਤਾਂ ਜੋ ਜਦੋਂ ਸਾਨੂੰ ਲੈਣ ਦੇ ਲਿਆਓ ਪ੍ਰਭੂ, ਅਸੀਂ ਤੁਹਾਡੇ ਅੱਗੇ ਬਿਨਾਂ ਕਿਸੇ ਵਿਲੰਬੇ ਤੋਂ ਖੜੇ ਹੋ ਸਕੀਏ ਪ੍ਰਭੂ ਜੀ। ਤੁਹਾਡੇ ਯੋਗ ਪਾਏ ਜਾਈਏ, ਤੁਹਾਡੇ ਗ੍ਰਹਿਣ ਯੋਗ ਪਾਏ ਜਾਈਏ ਖੁਦਾ। ਧੰਨਵਾਦ ਕਰਦੇ ਹਾਂ ਪ੍ਰਭੂ, ਸਾਰਾ ਆਦਰ ਮਹਿਮਾ ਤੁਹਾਨੂੰ ਦਿੰਦੇ ਹਾਂ, ਯਿਸੂ ਮਸੀਹ ਦੇ ਨਾਮ ਵਿੱਚ ਮੰਗਦੇ ਹਾਂ, ਆਮੀਨ। ਸੋ ਆਓ ਅਸੀਂ ਹੁਣ ਵਚਨ ਦੇ ਵਿੱਚੋਂ ਸਿੱਖਾਂਗੇ। ਅਸੀਂ ਇਹ ਸਿੱਖਾਂਗੇ ਕਿ ਅਸੀਂ ਪਰਮੇਸ਼ਵਰ ਪ੍ਰਭੂ ਯਿਸੂ ਮਸੀਹ ਦੇ ਵੱਲ ਕਿਸ ਤਰ੍ਹਾਂ ਤੱਕਣਾ ਹੈ। ਸੋ ਵਚਨ ਦੇ ਵਿੱਚ ਬਹੁਤ ਹੀ ਅੱਛੀ ਤਰ੍ਹਾਂ ਅਸੀਂ ਜਗ੍ਹਾ ਪੜ੍ਹਦੇ ਹਾਂ ਕਿ ਪਰਮੇਸ਼ਵਰ ਦਾ ਵਚਨ ਸਾਨੂੰ ਕੀ ਸਿਖਾਉਂਦਾ ਹੈ, ਕਿ ਅਸੀਂ ਕਿਸ ਤਰ੍ਹਾਂ ਉਸ ਵਚਨ ਦੇ ਵਸੀਲੇ ਦੇ ਨਾਲ ਆਪਣੇ ਪਿਤਾ ਪਰਮੇਸ਼ਵਰ ਦੇ ਵੱਲ ਤੱਕਣਾ ਹੈ, ਕਿਸ ਤਰ੍ਹਾਂ ਵਿਸ਼ਵਾਸ ਦੇ ਵਿੱਚ ਵਧਣਾ ਹੈ। ਸੋ ਅਸੀਂ ਬਹੁਤ ਵਾਰ ਵਿਸ਼ਵਾਸ ਦੇ ਬਾਰੇ ਸੁਣਿਆ, ਬਹੁਤ ਵਾਰੀ ਅਸੀਂ ਇਹ ਵੀ ਸੁਣਿਆ ਹੈ ਜੋ ਅਸੀਂ ਕਿਸ ਤਰ੍ਹਾਂ ਉਸ ਪਰਮੇਸ਼ਵਰ ਨੂੰ ਤੱਕਣਾ ਹੈ। ਪਰ ਅੱਜ ਅਸੀਂ ਫਿਰ ਤੋਂ ਪਰਮੇਸ਼ਵਰ ਦੇ ਇਸ ਵਚਨ ਦੇ ਵੱਲ ਦੇਖਾਂਗੇ, ਉਸ ਵਚਨ ਨੂੰ ਸਿੱਖਾਂਗੇ। ਸੋ ਮੈਂ ਆਸ ਕਰਦਾ, ਮੈਂ ਵਿਸ਼ਵਾਸ ਕਰਦਾ ਕਿ ਅਸੀਂ ਪਰਮੇਸ਼ਵਰ ਦੇ ਵਚਨ ਦੇ ਵਿੱਚੋਂ ਅੱਜ ਕੁਛ ਨਵਾਂ ਜ਼ਰੂਰ ਸਿੱਖਾਂਗੇ, ਕਿਉਂਕਿ ਪਰਮੇਸ਼ਵਰ ਦਾ ਵਚਨ ਅਸੀਂ ਜਦੋਂ ਵੀ ਖੋਲ੍ਹਦੇ ਹਾਂ ਤਾਂ ਸਾਡੇ ਲਈ ਇੱਕ ਨਵਾਂ ਸਿੱਖਿਆ ਦਾ ਔਰ ਉਸ ਦੇ ਵੱਲੋਂ ਗਿਆਨ ਦਾ ਸਰੋਤ ਸਾਡੇ ਲਈ ਖੁੱਲ੍ਹਦਾ ਹੈ, ਜਿਸ ਦੇ ਵਿੱਚੋਂ ਅਸੀਂ ਹਮੇਸ਼ਾ ਹੀ ਆਪਣੇ ਆਪ ਨੂੰ ਤ੍ਰਿਪਤ ਕਰਦੇ ਰਹਿੰਦੇ ਹਾਂ। ਸੋ ਆਓ ਅਸੀਂ ਪਰਮੇਸ਼ਵਰ ਦੇ ਵਚਨ ਦੇ ਵੱਲ ਜਾਵਾਂਗੇ, ਅਸੀਂ ਪਰਮੇਸ਼ਵਰ ਦੇ ਵਚਨ ਤੋਂ ਸਿੱਖਾਂਗੇ। ਸੋ ਮੇਰੇ ਨਾਲ ਅਸੀਂ ਖੋਲਾਂਗੇ ਇਬਰਾਨੀਆਂ ਉਸ ਦਾ 12 ਅਧਿਆਏ, ਉਸ ਦੀ 1 ਅਤੇ 2 ਆਇਤ ਨੂੰ ਮੇਰੇ ਨਾਲ ਪੜ੍ਹਾਂਗੇ। ਸੋ ਜਿਨ੍ਹਾਂ ਦੇ ਕੋਲ ਵੀ ਬਾਈਬਲ ਹੈ ਉਹ ਪੜ੍ਹ ਸਕਦੇ ਆ, ਤੇ ਜਿਹੜੇ ਇਸ ਸਮੇਂ ਸੁਣ ਰਹੇ ਆ ਉਹ ਬਾਅਦ ਦੇ ਵਿੱਚ ਇਸ ਵਚਨ ਨੂੰ ਜ਼ਰੂਰ ਪੜ੍ਹਨ। ਸੋ ਜੇਕਰ ਹੁਣੇ ਤੁਹਾਡੇ ਕੋਲ ਬਾਈਬਲ ਹੈ ਤਾਂ ਤੁਸੀਂ ਮੇਰੇ ਨਾਲ ਪੜ੍ਹ ਸਕਦੇ ਹੋ, ਨਹੀਂ ਤਾਂ ਮੈਂ ਤੁਹਾਡੇ ਨਾਲ ਇਸ ਵਚਨ ਨੂੰ ਪੜ੍ਹਾਂਗਾ ਤੇ ਤੁਸੀਂ ਸੁਣੋ। वचन च लिखा, इस कारण जबकि गवाहों का ऐसा बड़ा बादल हमको घेरे हुए है, तो आओ हम हर एक रोकने वाली वस्तु और उलझाने वाले पाप को दूर करके वह दौड़ जिसमें हमें दौड़ना है, धीरज से दौड़ें और विश्वास के कर्ता और सिद्ध करने वाले यीशु मसीह की ओर ताकते रहें, जिसने उस आनंद के लिए जो उसके आगे धरा था, लज्जा की कुछ चिंता न करके क्रूस का दुख सहा और परमेश्वर के सिंहासन की दाहिनी ओर जा बैठा। सो परमेश्वर ਦੇ ਇਸ ਵਚਨ ਦੇ ਵਿੱਚੋਂ ਅਸੀਂ ਸਾਰਿਆਂ ਨੇ ਇਹ ਸੁਣਿਆ, ਇਹ ਪੜ੍ਹਿਆ ਹੈ ਕਿ ਅਸੀਂ ਕਿਸ ਤਰ੍ਹਾਂ ਪਰਮੇਸ਼ਵਰ ਦੇ ਵੱਲ ਤੱਕਣਾ ਹੈ। ਸੋ ਵਚਨ ਜਿੱਥੇ ਲਿਖਿਆ ਹੈ, ਮੈਂ ਇਸ ਦੀ 2 ਆਇਤ ਨੂੰ फिर तो दोहरावांगा, और विश्वास के कर्ता और सिद्ध करने वाले यीशु की ओर ताकते रहो, जिसने उस आनंद के लिए जो उसके आगे धरा था, लज्जा की कुछ चिंता न करके क्रूस का दुख सहा और परमेश्वर की दाहिनी ओर जा बैठा। सो इत्थे वचन सानू दसदा है कि असी प्रभु यीशु मसीह दे वल किस तरह तकना है। वचन सानू दसदा है कि वो साडे विश्वास का करता ਅਤੇ सिद्ध करने वाला है।
ਸਾਡੇ ਵਿਸ਼ਵਾਸ ਨੂੰ ਬਣਾਉਣ ਵਾਲਾ ਤੇ ਉਸ ਨੂੰ ਸਿੱਧ ਕਰਨ ਵਾਲਾ ਹੈ। ਵਚਨ 'ਚ ਲਿਖਿਆ, ਵਿਸ਼ਵਾਸ ਦੇ ਕਰਤਾ ਅਤੇ ਸਿੱਧ ਕਰਨ ਵਾਲੇ ਦੇ ਵੱਲ ਤੱਕਦੇ ਰਹੀਏ। ਸੋ ਜ਼ਰੂਰੀ ਹੈ ਕਿ ਅਸੀਂ ਉਸ ਵੱਲ ਤੱਕੀਏ। ਵਚਨ ਸਾਨੂੰ ਇਹ ਸਮਝਾਉਂਦਾ ਹੈ ਕਿ ਖੁਦਾਵੰਦ ਖੁਦਾ ਪ੍ਰਭੂ ਯਿਸੂ ਮਸੀਹ ਖੁਦਾ ਦੇ ਉੱਤੇ ਸਾਡੇ ਭਰੋਸੇ ਦੇ ਵਿੱਚ ਸਾਡਾ ਆਦਰਸ਼ ਹੈ, ਜਿਹਦੇ ਵੱਲ ਅਸੀਂ ਤੱਕਣਾ ਹੈ। ਉਸ ਦਾ ਆਪਣੇ ਪਿਤਾ ਤੇ ਕਿਸ ਤਰ੍ਹਾਂ ਦਾ ਭਰੋਸਾ ਸੀ, ਉਸ ਭਰੋਸੇ ਦਾ ਉਸਨੇ ਸਾਨੂੰ ਨਮੂਨਾ ਦਿੱਤਾ ਹੈ। ਇਸ ਲਈ ਸਾਨੂੰ ਉਹਦੇ ਵੱਲ ਦੇਖਣਾ ਹੈ, ਕਿਉਂਕਿ ਜਦੋਂ ਅਸੀਂ ਕਿਸੇ ਵੱਲ ਦੇਖਦੇ ਹਾਂ ਤਾਂ ਦੇਖਣ ਦੀ ਕੋਈ ਨਾ ਕੋਈ ਵਜ੍ਹਾ ਹੁੰਦੀ ਹੈ। ਕਦੇ ਅਸੀਂ ਕਿਸੇ ਵੱਲ ਇਸ ਲਈ ਦੇਖਦੇ ਹਾਂ ਕਿ ਸਾਨੂੰ ਉਸ ਤੋਂ ਕੋਈ ਆਸ ਹੁੰਦੀ ਹੈ। ਕਦੇ ਸਾਨੂੰ ਕੁਝ ਚੰਗਾ ਲੱਗਦਾ ਹੈ ਤਾਂ ਅਸੀਂ ਉਸ ਵੱਲ ਦੇਖਦੇ ਹਾਂ। ਕਦੇ ਸਾਨੂੰ ਕੋਈ ਚੀਜ਼ ਚੰਗੀ ਨਹੀਂ ਲੱਗਦੀ ਫਿਰ ਦੇਖਦੇ ਹਾਂ। ਕਦੇ ਅਸੀਂ ਵੈਸੇ ਹੀ ਅਚਾਨਕ ਦੇਖਣ ਲੱਗਦੇ ਹਾਂ। ਕਦੇ ਦੇਖਦੇ ਹਾਂ ਪਰ ਸਾਨੂੰ ਇਹ ਪਤਾ ਹੀ ਨਹੀਂ ਹੁੰਦਾ ਕਿ ਅਸੀਂ ਕੀ ਦੇਖ ਰਹੇ ਹਾਂ। ਸੋ ਦੇਖਣ ਦੇ ਬਹੁਤ ਸਾਰੇ ਨਜ਼ਰੀਏ ਹਨ, ਪਰ ਜੋ ਵਚਨ ਇਬਰਾਨੀਆਂ 12:2 ਵਿੱਚ ਅਸੀਂ ਪੜ੍ਹਿਆ ਹੈ, ਉਹ ਕਹਿੰਦਾ ਹੈ ਕਿ ਵਿਸ਼ਵਾਸ ਦੇ ਕਰਤਾ ਤੇ ਪੂਰਾ ਕਰਨ ਵਾਲੇ ਦੇ ਵੱਲ ਤੱਕਦੇ ਰਹੋ। ਇਸ ਲਈ ਅਸੀਂ ਉਸ ਦੇ ਵੱਲ ਦੇਖਣਾ ਹੈ। ਅਸੀਂ ਕਿਉਂ ਦੇਖਣਾ ਹੈ? ਤਾਂ ਕਿ ਅਸੀਂ ਵੀ ਉਸ ਦੇ ਵਾਂਗੂ ਚੱਲ ਸਕੀਏ। ਜਿਸ ਤਰ੍ਹਾਂ ਉਹ ਚੱਲਿਆ, ਅਸੀਂ ਵੀ ਉਸ ਦੇ ਵਾਂਗੂ ਚੱਲ ਸਕੀਏ। ਜਿਸ ਤਰ੍ਹਾਂ ਉਸਨੇ ਆਪਣੇ ਕੰਮ ਨੂੰ ਪੂਰਾ ਕੀਤਾ, ਅਸੀਂ ਵੀ ਕਰ ਸਕੀਏ। ਜਿਸ ਤਰ੍ਹਾਂ ਉਹ ਵਿਸ਼ਵਾਸ ਯੋਗ ਰਿਹਾ, ਅਸੀਂ ਵੀ ਰਹਿ ਸਕੀਏ। ਜਿਸ ਤਰ੍ਹਾਂ ਉਹ ਪੈਦਾਇਸ਼ੀ ਹੀ ਨਿਸ਼ਕਲੰਕ ਸੀ, ਪਰ ਸਾਡੇ ਤੇ ਉਸਨੇ ਰਹਿਮ ਕੀਤਾ ਕਿ ਅਸੀਂ ਉਸ ਦੇ ਵਰਗੇ ਬਣ ਸਕੀਏ। ਉਸ ਦੇ ਲਈ ਸਾਨੂੰ ਪਰਮੇਸ਼ਵਰ ਨੇ ਪਾਕ ਰੂਹ ਤੇ ਕਲਾਮ ਦਾ ਬੀਜ ਦਿੱਤਾ ਹੈ, ਤੇ ਉਹਦੇ ਵਚਨ ਨੂੰ ਸਿੱਖਦੇ ਹੋਏ ਅਸੀਂ ਵੀ ਉਸ ਜਗ੍ਹਾ ਪਹੁੰਚ ਸਕਦੇ ਹਾਂ ਜਿੱਥੇ ਪਰਮੇਸ਼ਵਰ ਦੀ ਨਿਗਾਹ ਦੇ ਵਿੱਚ ਅਸੀਂ ਨਿਸ਼ਕਲੰਕ ਠਹਿਰੀਏ। ਸੋ ਪ੍ਰਭੂ ਵੱਲ ਦੇਖਣ ਦਾ ਮਕਸਦ ਜੋ ਅਸੀਂ ਅੱਜ ਸਿੱਖਣ ਜਾ ਰਹੇ ਹਾਂ, ਉਹ ਇਹੀ ਹੈ ਕਿ ਉਹ ਕਿਸ ਤਰ੍ਹਾਂ ਚੱਲਿਆ ਤੇ ਅਸੀਂ ਕਿਸ ਤਰ੍ਹਾਂ ਚੱਲ ਰਹੇ ਹਾਂ। ਜਿਸ ਤਰ੍ਹਾਂ ਉਹ ਚੱਲਿਆ, ਉਹ ਕਿਸ ਤਰ੍ਹਾਂ ਚੱਲ ਗਿਆ, ਅਤੇ ਅਸੀਂ ਚੱਲਣਾ ਚਾਹੁੰਦੇ ਹਾਂ ਪਰ ਅਸੀਂ ਚੱਲ ਨਹੀਂ ਸਕਦੇ। ਉਹਦੇ ਪਿੱਛੇ ਕਾਰਨ ਕੀ ਹੈ? ਇਸ ਦਾ ਕਾਰਨ ਇਹ ਹੈ ਕਿ ਜਿਹਦੇ ਵੱਲ ਦੇਖਣਾ ਹੈ, ਅਸੀਂ ਉਹਦੇ ਵੱਲ ਦੇਖਦੇ ਨਹੀਂ। ਸ਼ਾਇਦ ਸਾਡਾ ਧਿਆਨ ਭਟਕ ਗਿਆ ਹੈ। ਅਸੀਂ ਕਿਸੇ ਹੋਰ ਦਿਸ਼ਾ ਦੇ ਵੱਲ ਦੇਖ ਰਹੇ ਹਾਂ, ਅਸੀਂ ਕਿਸੇ ਹੋਰ ਪਾਸੇ ਦੇਖ ਰਹੇ ਹਾਂ। ਇਸ ਲਈ ਅਸੀਂ ਆਤਮਿਕ ਉન્નਤੀ ਨਹੀਂ ਕਰ ਪਾ ਰਹੇ, ਕਿਉਂਕਿ ਜਿਹਦੇ ਵੱਲ ਦੇਖਣਾ ਹੈ ਉਹਨੇ ਸਾਡੇ ਲਈ ਬਹੁਤ ਸਾਰੇ ਚਿੰਨ੍ਹ ਛੱਡੇ ਹਨ ਤੇ ਉਸਦੇ ਵਚਨ ਸਾਡੇ ਸਾਹਮਣੇ ਹਨ, ਜਿਹਦੇ ਵਿੱਚ ਉਹਦੇ ਨਬੀਆਂ ਦੀ, ਪਰਮੇਸ਼ਵਰ ਦੇ ਵਚਨ ਦੇ ਵਿੱਚ ਉਸਦੇ ਨਬੀਆਂ ਦੀਆਂ ਉਦਾਹਰਨਾਂ ਦਿੱਤੀਆਂ ਹਨ, ਜੋ ਉਹਦੇ ਵਚਨ ਤੇ ਚੱਲੇ, ਜਿਨ੍ਹਾਂ ਕੋਲ ਨਾ ਤਾਂ ਵਿਵਸਥਾ ਸੀ, ਨਾ ਹੀ ਪਵਿੱਤਰ ਆਤਮਾ ਸੀ, ਤੇ ਨਾ ਹੀ ਉਹਨਾਂ ਨੂੰ ਨਵਾਂ ਜਨਮ ਪਾਉਣ ਦਾ ਮੌਕਾ ਮਿਲਿਆ। ਪਰ ਅਸੀਂ ਦੇਖਦੇ ਹਾਂ ਕਿ ਫਿਰ ਵੀ ਉਹ ਬਹੁਤ ਜ਼ਬਰਦਸਤ ਤਰੀਕੇ ਦੇ ਨਾਲ ਚੱਲੇ, ਬਹੁਤ ਹੀ ਅੱਛੇ ਤਰੀਕੇ ਦੇ ਨਾਲ ਉਹਨਾਂ ਨੇ ਆਪਣੀ ਦੌੜ ਨੂੰ ਪੂਰਾ ਕੀਤਾ, ਪਰ ਅਸੀਂ ਨਹੀਂ ਚੱਲ ਪਾ ਰਹੇ। ਸੋ ਕਿਤੇ ਨਾ ਕਿਤੇ ਗੜਬੜ ਤਾਂ ਜ਼ਰੂਰ ਹੈ। ਸਾਡਾ ਧਿਆਨ ਜੋ ਹੈ ਉਹ ਭਟਕਿਆ ਹੋਇਆ ਹੈ, ਇਸੇ ਲਈ ਅਸੀਂ ਸਹੀ ਨਹੀਂ ਚੱਲ ਪਾ ਰਹੇ। ਸੋ ਅਸੀਂ ਅੱਜ ਇਸੇ ਵਚਨ ਦੇ ਵੱਲ ਧਿਆਨ ਕਰਾਂਗੇ। ਸੋ ਪਰਮੇਸ਼ਵਰ ਦਾ ਵਚਨ ਸਾਨੂੰ ਕੀ ਦਿਖਾਉਂਦਾ ਹੈ, ਅਸੀਂ 2 ਆਇਤ ਦੇ ਵਿੱਚ ਫਿਰ ਤੋਂ ਧਿਆਨ ਕਰਦੇ ਹਾਂ। वचन ਦੇ ਵਿੱਚ ਲਿਖਿਆ, विश्वास के कर्ता और सिद्ध करने वाले यीशु की ओर ताकते रहे। सो नजर लाउण ਦਾ, ਦੇਖਣ ਦਾ, ਤੱਕਣ ਦਾ ਮਤਲਬ ਹੈ
ਕਿ ਅਸੀਂ ਪ੍ਰਭੂ ਦੇ ਵੱਲ ਤੱਕਦੇ ਰਹਿਣਾ ਹੈ। ਕਿਸ ਤਰ੍ਹਾਂ ਤੱਕਣਾ ਹੈ? ਜਿਸ ਤਰ੍ਹਾਂ ਕੋਈ ਇਨਸਾਨ ਕਿਸੇ ਦੇ ਵੱਲ ਟਿਕਟਕੀ ਲਗਾ ਕੇ ਦੇਖਦਾ ਹੈ, ਲਗਾਤਾਰ ਦੇਖਦਾ ਹੀ ਰਹਿੰਦਾ ਹੈ, ਆਪਣੀ ਨਜ਼ਰ ਨੂੰ ਇੱਧਰ ਤੋਂ ਉੱਧਰ ਨਹੀਂ ਕਰਦਾ, ਜਿਸ ਦੇ ਵਿੱਚ ਉਸਦੀ ਨਜ਼ਰ ਉਸੇ ਦੇ ਉੱਤੇ ਹੀ ਟਿਕੀ ਰਹਿੰਦੀ ਹੈ, ਜਿਸ ਚੀਜ਼ ਨੂੰ ਜਿਸ ਵੱਲ ਉਹ ਦੇਖ ਰਿਹਾ ਹੈ। ਤਾਂ ਵਚਨ ਵੀ ਇਹ ਦੱਸਦਾ ਹੈ, ਜੇਕਰ ਸਾਡੀ ਨਿਗਾਹ ਵੀ ਉਸ ਦੇ ਵੱਲ ਟਿਕਟਕੀ ਲਾ ਕੇ ਟਿਕੀ ਰਹੇਗੀ, ਤਾਂ ਉਸ ਦੀ ਕਿਰਪਾ ਸਾਡੇ ਉੱਤੇ ਬਹੁਤਾਇਤ ਦੇ ਨਾਲ ਹੋਵੇਗੀ। ਵਚਨ ਦੇ ਵਿੱਚ ਅਸੀਂ ਦੇਖਦੇ ਹਾਂ, ਜਦੋਂ ਅਸੀਂ ਪੁਰਾਣੇ ਨਿਯਮ ਦੇ ਵਿੱਚ ਵਚਨ ਨੂੰ ਦੇਖਦੇ ਹਾਂ, ਗਿਣਤੀ ਦੀ ਕਿਤਾਬ ਉਸ ਦਾ 21 ਅਧਿਆਇ, ਉਸ ਦੀ 4 ਤੋਂ 9 ਆਇਤ ਦੇ ਵਿੱਚ, ਮੈਂ ਵਚਨ ਨਹੀਂ ਪੜਾਂਗਾ, ਤੁਹਾਡੇ ਕੋਲ ਬਾਈਬਲ ਹੈ, ਤੁਸੀਂ ਪੜ੍ਹ ਸਕਦੇ ਹੋ। ਮੈਂ ਸਿਰਫ ਰੈਫਰੈਂਸ ਦੇਵਾਂਗਾ ਤਾਂ ਜੋ ਅਸੀਂ ਜ਼ਿਆਦਾ ਸਮਾਂ ਨਾ ਅਸੀਂ ਵਚਨ ਨੂੰ ਅੱਛੀ ਤਰ੍ਹਾਂ ਸਿੱਖ ਸਕੀਏ। ਤੁਸੀਂ ਆਇਤਾਂ ਪੜ੍ਹ ਸਕਦੇ ਹੋ, ਪਰ ਮੈਂ ਚਾਹੁੰਦਾ ਕਿ ਅਸੀਂ ਇਸ ਵਚਨ ਦੇ ਬਾਰੇ ਸਿੱਖੀਏ। ਉੱਥੇ ਵਚਨ ਦੇ ਵਿੱਚ ਲਿਖਿਆ ਕਿ ਇਸਰਾਏਲੀਆਂ ਨੂੰ ਸੱਪ ਡੰਗ ਮਾਰ ਰਹੇ ਸੀ। ਇਸਰਾਏਲੀ ਉਸ ਸਮੇਂ ਸੱਪਾਂ ਦੇ ਵਿੱਚ ਸੀ ਤੇ ਸੱਪ ਉਹਨਾਂ ਨੂੰ ਡਸ ਰਹੇ ਸੀ, ਉਹਨਾਂ ਨੂੰ ਡੰਗ ਮਾਰ ਰਹੇ ਸੀ। ਤਾਂ ਖੁਦਾ ਨੇ ਮੂਸਾ ਨੂੰ ਕਿਹਾ ਕਿ ਤੂੰ ਇੱਕ ਸੱਪ ਨੂੰ ਉੱਚੇ ਸਥਾਨ ਤੇ ਲਟਕਾ ਦੇ, ਤੇ ਉਸ ਨੂੰ ਕਿਹਾ ਕਿ ਉਹਨਾਂ ਨੂੰ ਕਹਿ ਕਿ ਜੋ ਵੀ ਉਸ ਸੱਪ ਦੇ ਵੱਲ ਦੇਖੇਗਾ ਉਹ ਬਚ ਜਾਵੇਗਾ। ਸੋ ਖੁਦਾ ਨੇ ਉੱਥੇ ਉਸ ਮੂਸਾ ਨੂੰ ਇਹ ਹੁਕਮ ਦਿੱਤਾ, ਉਸ ਮੂਸਾ ਨੂੰ ਇਹ ਕਿਹਾ ਕਿ ਇਸਰਾਏਲੀਆਂ ਨੂੰ ਇਹ ਕਹਿ ਕਿ ਜੋ ਵੀ ਉਸ ਸੱਪ ਦੇ ਵੱਲ, ਜਿਹੜਾ ਪਿੱਤਲ ਦਾ ਬਣਾਇਆ ਹੋਇਆ ਸੀ, ਜੋ ਉਸ ਉੱਚੇ ਸਥਾਨ ਤੇ ਟੰਗਿਆ ਹੋਇਆ ਸੀ, ਜੋ ਵੀ ਉਹਦੇ ਵੱਲ ਦੇਖੇਗਾ ਉਹ ਬਚ ਜਾਵੇਗਾ। ਸੋ ਇਹ ਵਚਨ ਦੇ ਵਿੱਚ ਗਹਿਰਾਈ ਵਾਲੀ ਗੱਲ ਇਹ ਹੈ, ਵਚਨ ਸਾਨੂੰ ਇਹ ਦੱਸਦਾ ਕਿ ਖੁਦਾ ਨੇ ਇਸਰਾਏਲੀਆਂ ਨੂੰ ਇਹ ਨਹੀਂ ਕਿਹਾ ਕਿ ਇਹ ਸੱਪ ਤੁਹਾਨੂੰ ਨਹੀਂ ਡੰਗਣਗੇ, ਜਾਂ ਖੁਦਾ ਨੇ ਡੰਗਣ ਵਾਲੇ ਸੱਪਾਂ ਨੂੰ ਇਹ ਨਹੀਂ ਕਿਹਾ ਕਿ ਤੁਸੀਂ ਉਹਨਾਂ ਨੂੰ ਨਾ ਡੰਗੋ। ਖੁਦਾ ਨੇ ਇਸਰਾਏਲੀਆਂ ਨੂੰ ਇਹ ਨਹੀਂ ਕਿਹਾ ਕਿ ਹੁਣ ਸੱਪ ਤੁਹਾਨੂੰ ਨਹੀਂ ਡੰਗਣਗੇ, ਪਰ ਖੁਦਾ ਨੇ ਇੱਕ ਹੁਕਮ ਉਹਨਾਂ ਨੂੰ ਦਿੱਤਾ, ਇੱਕ ਕੰਮ ਉਹਨਾਂ ਨੂੰ ਕਰਨ ਦੇ ਲਈ ਕਿਹਾ। ਅਸੀਂ ਜੋ ਦੇਖਦੇ ਹਾਂ ਕਿ ਮੂਸਾ ਨੂੰ ਕਿਹਾ ਕਿ ਤੂੰ ਇੱਕ ਪਿੱਤਲ ਦਾ ਸੱਪ ਬਣਾ ਤੇ ਉਸ ਨੂੰ ਉੱਚੀ ਥਾਂ ਦੇ ਉੱਤੇ ਲਟਕਾ ਦੇ। ਸੋ ਇਹ ਕੰਮ ਪਰਮੇਸ਼ਰ ਨੇ ਉਸ ਨੂੰ ਕਰਨ ਦੇ ਲਈ ਕਿਹਾ ਤੇ ਉਸਨੇ ਉਹ ਕੀਤਾ, ਤੇ ਜਦੋਂ ਉਹ ਕੀਤਾ ਤੇ ਇਜ਼ਰਾਈਲੀਆਂ ਨੇ ਉਹਦੇ ਵੱਲ ਤੱਕਿਆ, ਤੇ ਅਸੀਂ ਵਚਨ 'ਚ ਦੇਖਦੇ ਹਾਂ ਕਿ ਉਹ ਬਚੇ। ਜਿੰਨਿਆਂ ਨੇ ਉਸਦੇ ਵੱਲ ਤੱਕਿਆ ਉਹ ਬਚ ਗਏ। ਸੋ ਅਸੀਂ ਲੋਕ ਹੁਕਮ, ਜਿਸ ਤਰ੍ਹਾਂ ਉਹ ਹੁਕਮ ਤੇ ਚੱਲੇ, ਉਹਨਾਂ ਨੇ ਜਿਸ ਤਰ੍ਹਾਂ ਕਿਹਾ ਉਸ ਤਰ੍ਹਾਂ ਕੀਤਾ ਤੇ ਉਹ ਬਚ ਗਏ। ਮੈਂ ਦੇਖਦਾ ਕਿ ਅਸੀਂ ਹੁਕਮ ਤੇ ਚੱਲਣਾ ਨਹੀਂ, ਉਸਦੇ ਹੁਕਮ ਦੇ ਉੱਤੇ ਚੱਲਣ ਦੇ ਲਈ ਤਿਆਰ ਨਹੀਂ ਹੈ, ਪਰ ਅਸੀਂ ਲੋਕ ਜਲਦੀ ਤੋਂ ਜਲਦੀ ਉਸ ਗੱਲ ਦਾ ਹੱਲ ਲੱਭਣ ਦੇ ਲਈ ਲੱਗ ਜਾਂਦੇ ਹਾਂ। ਅਸੀਂ ਕਹਿੰਦੇ ਹਾਂ ਕਿ ਸਾਨੂੰ ਕੁਝ ਕਰਨਾ ਨਾ ਪਵੇ ਤੇ ਸਾਡਾ ਛੁਟਕਾਰਾ ਹੋ ਜਾਵੇ। ਉਦਾਹਰਣ ਜਿੱਦਾਂ ਹੁਣ ਅਸੀਂ ਅੱਜ ਵੀ ਇਹ ਦੇਖਦੇ ਹਾਂ ਕਿ ਸਮਾਂ ਚੱਲ ਰਿਹਾ, ਅਸੀਂ ਸਭ ਘਰਾਂ ਦੇ ਵਿੱਚ ਬੰਦ ਹਾਂ। ਕਿਸ ਵਜ੍ਹਾ ਦੇ ਨਾਲ ਬੰਦ ਹਾਂ ਉਹ ਸਾਰੇ ਜਾਣਦੇ ਆ। ਸੋ ਸਰਕਾਰ ਦੇ ਵੱਲੋਂ ਵਾਰ-ਵਾਰ ਹਦਾਇਤਾਂ ਆ ਕਿ ਬਾਹਰ ਨਾ ਨਿਕਲੋ, ਸੋਸ਼ਲ ਡਿਸਟੈਂਸਿੰਗ ਕਰਕੇ ਦੂਰੀ ਰੱਖੋ ਤੇ ਹੱਥਾਂ ਨੂੰ ਵਾਰ-ਵਾਰ ਧੋਵੋ। ਅਸੀਂ ਇਹ ਸਭ ਕੁਝ ਕਰਨ ਦੇ ਲਈ ਤਿਆਰ ਨਹੀਂ, ਕਿਉਂਕਿ ਅਸੀਂ ਕਦੇ ਵੀ ਘਰ ਦੇ ਵਿੱਚ ਬੰਦ ਨਹੀਂ ਰਹੇ, ਅਸੀਂ ਕਦੇ ਵੀ ਟਿਕ ਕੇ ਨਹੀਂ ਬੈਠੇ, ਅਸੀਂ ਹਮੇਸ਼ਾ ਘੁੰਮਦੇ ਰਹੇ ਹਾਂ ਤੇ ਸਾਨੂੰ ਘਰ ਵਿੱਚ ਬੈਠਣਾ, ਬੰਦ ਰਹਿਣਾ ਚੰਗਾ ਨਹੀਂ ਲੱਗਦਾ। ਸੋ ਸਰਕਾਰ ਵਾਰ-ਵਾਰ ਐਡਵਾਈਜ਼ਰੀ, ਉਹ ਸਲਾਹ ਦੇ ਰਹੀ ਆ ਕਿ ਤੁਸੀਂ ਘਰਾਂ ਦੇ ਵਿੱਚ ਰਹੋ, ਪਰ ਅਸੀਂ ਇਹ ਉਡੀਕਦੇ ਹਾਂ ਕਿ ਕਦੋਂ ਫਟਾਫਟ ਇਹਦੀ ਦਵਾਈ ਨਿਕਲੇ, ਕਦੋਂ ਸਾਰਾ ਕੁਝ ਸਹੀ ਹੋ ਜਾਵੇ ਤੇ ਸਾਨੂੰ ਕੁਝ ਕਰਨਾ ਨਾ ਪਵੇ, ਬਸ ਏਦਾਂ ਹੀ ਆਰਾਮ ਮਿਲ ਜਾਵੇ, ਇੱਕ ਗੋਲੀ ਖਾਈਏ ਸਾਨੂੰ ਆਰਾਮ ਮਿਲ ਜਾਵੇ, ਪਰ ਸਾਨੂੰ ਕੁਝ ਕਰਨਾ ਨਾ ਪਵੇ। ਤੇ ਇਹੀ ਫਿਰ ਜਿਹੜੇ ਇਸ ਤਰ੍ਹਾਂ ਕਰਦੇ ਆ, ਇਸ ਸਮੇਂ ਦੇ ਵਿੱਚ ਗਲਤੀ ਕਰਦੇ ਆ, ਬਾਹਰ ਨਿਕਲਦੇ ਆ, ਘੁੰਮਦੇ ਆ,
ਅਸੀਂ ਦੇਖਦੇ ਹਾਂ ਕਿ ਬਹੁਤ ਸਾਰੇ ਲੋਕ ਇਸ ਬਿਮਾਰੀ ਦਾ ਸ਼ਿਕਾਰ ਹੁੰਦੇ ਆ। ਤਾਂ ਅਸੀਂ ਦੇਖ ਰਹੇ ਸੀ ਕਿ ਮੂਸਾ ਨੂੰ ਪਰਮੇਸ਼ਰ ਨੇ ਕਿਹਾ ਕਿ ਤੂੰ ਪਿੱਤਲ ਦਾ ਸੱਪ ਬਣਾ ਕੇ ਇਸ ਨੂੰ ਉੱਚੇ ਸਥਾਨ ਦੇ ਉੱਤੇ ਟੰਗ। ਤਾਂ ਇਸਰਾਈਲੀਆਂ ਨੂੰ ਕਿਹਾ ਕਿ ਜੋ ਵੀ ਉਸ ਸੱਪ ਵੱਲ ਤੱਕੇਗਾ ਉਹ ਬਚ ਜਾਵੇਗਾ, ਤੇ ਜੇ ਸੱਪ ਉਹਨੂੰ ਡੰਗ ਵੀ ਲਵੇ ਤਾਂ ਵੀ ਉਸਦਾ ਜ਼ਹਿਰ ਉਸ ਨੂੰ ਨਹੀਂ ਚੜੇਗਾ। ਸੋ ਅੱਜ ਦੁਨੀਆ ਵਿੱਚ ਅਸੀਂ ਦੇਖਦੇ ਹਾਂ ਕਿ ਸਾਨੂੰ ਡੰਗਣ ਵਾਲੇ ਬਹੁਤ ਆ, ਸਾਨੂੰ ਡੰਗ ਮਾਰਨ ਵਾਲੇ ਬਹੁਤ ਆ। ਸੋ ਮੈਂ ਚਾਹੁੰਦਾ ਹਾਂ ਕਿ ਵਚਨ ਸਾਨੂੰ ਇਹ ਸਿਖਾਉਂਦਾ ਕਿ ਤੁਸੀਂ ਇਹ ਦੁਆ ਨਾ ਕਰੋ ਕਿ ਤੁਹਾਨੂੰ ਡੰਗਣ ਵਾਲੇ ਹਟ ਜਾਣ, ਡੰਗਣ ਵਾਲੇ ਮਰ ਜਾਣ ਜਾਂ ਡੰਗਣ ਵਾਲੇ ਦੂਰ ਹੋ ਜਾਣ, ਬਲਕਿ ਸਾਡੀ ਦੁਆ ਜੋ ਹੈ ਪਰਮੇਸ਼ਵਰ ਦੇ ਅੱਗੇ ਹੋਣੀ ਚਾਹੀਦੀ ਆ ਕਿ ਵਚਨ ਜਿਸ ਤਰ੍ਹਾਂ ਸਾਨੂੰ ਸਮਝਾਉਂਦਾ ਹੈ ਕਿ ਸਾਡੀ ਦੁਆ ਇਹ ਹੋਣੀ ਚਾਹੀਦੀ ਆ ਕਿ ਜਿਸ ਤਰ੍ਹਾਂ ਵਚਨ ਦੱਸਦਾ ਹੈ ਕਿ ਉਹਨਾਂ ਨੇ ਉਹਦੇ ਵੱਲ ਤੱਕਿਆ, ਅਸੀਂ ਵੀ ਉਸ ਪਰਮੇਸ਼ਵਰ ਦੇ ਵੱਲ ਤੱਕਦੇ ਰਹੀਏ। ਸਾਡੀ ਦੁਆ ਇਹ ਹੋਣੀ ਚਾਹੀਦੀ ਕਿ ਇਹ ਪਰਮੇਸ਼ਵਰ ਸਾਡੇ ਤੇ ਕਿਰਪਾ ਕਰ, ਜੋ ਅਸੀਂ ਹਮੇਸ਼ਾ ਤੇਰੇ ਵੱਲ ਤੱਕਦੇ ਰਹੀਏ। ਪਰ ਅਸੀਂ ਇਸ ਤਰ੍ਹਾਂ ਦੁਆ ਨਹੀਂ ਕਰਦੇ। ਇਸ ਲਈ ਵਚਨ ਪਰਮੇਸ਼ਵਰ ਦਾ ਵਚਨ ਦੱਸਦਾ ਹੈ ਕਿ ਅਸੀਂ ਇਸ ਤਰ੍ਹਾਂ ਦੁਆ ਨਹੀਂ ਕਰਦੇ, ਅਸੀਂ ਬਦਨੀਤੀ ਦੇ ਨਾਲ ਦੁਆ ਕਰਦੇ ਹਾਂ। ਤਾਂ ਬਦਨੀਤੀ ਦੇ ਨਾਲ ਦੁਆ ਸਾਡੀ ਕੀਤੀ ਸੁਣੀ ਵੀ ਨਹੀਂ ਜਾਂਦੀ। ਵਚਨ 'ਚ ਲਿਖਿਆ ਤੁਸੀਂ ਮੰਗਦੇ ਤਾਂ ਹੋ ਪਰ ਬਦਨੀਤੀ ਦੇ ਨਾਲ, ਇਸ ਲਈ ਤੁਹਾਨੂੰ ਮਿਲਦਾ ਨਹੀਂ। ਸੋ ਜੇਕਰ ਦੁਆ ਸਹੀ ਹੋਵੇ ਤਾਂ ਕੰਮ ਵੀ ਸਹੀ ਹੁੰਦਾ ਹੈ। ਜੇ ਨਿਸ਼ਾਨਾ ਸਹੀ ਹੋਵੇ ਤਾਂ ਤੀਰ ਵੀ ਨਿਸ਼ਾਨੇ ਦੇ ਉੱਤੇ ਲੱਗਦਾ ਹੈ। ਸੋ ਉਹਨਾਂ ਨੇ ਹੁਕਮ ਨੂੰ ਮੰਨਿਆ ਤੇ ਪਿੱਤਲ ਦਾ ਸੱਪ ਬਣਾ ਕੇ ਉੱਚੇ ਸਥਾਨ ਤੇ ਲਟਕਾ ਦਿੱਤਾ, ਜੋ ਅਸੀਂ ਦੇਖਦੇ ਹਾਂ ਅੱਗੇ ਜਾ ਕੇ ਯਿਸੂ ਮਸੀਹ ਦਾ ਪ੍ਰਤੀਕ ਸਾਨੂੰ ਦਿਖਾਉਂਦਾ ਹੈ। ਉਹ ਯਿਸੂ ਮਸੀਹ ਵੱਲ ਇਸ਼ਾਰਾ ਕਰਦਾ ਹੈ। ਯਿਸੂ ਮਸੀਹ ਵੀ ਅਸੀਂ ਦੇਖਦੇ ਹਾਂ ਕਿ ਉੱਚੇ ਸਥਾਨ ਦੇ ਉੱਤੇ ਲਟਕਾਇਆ ਗਿਆ, ਸਲੀਬ ਦੇ ਉੱਤੇ ਲਟਕਾਇਆ ਗਿਆ। ਤਾਂ ਅਸੀਂ ਦੇਖਦੇ ਹਾਂ ਉਸ ਵੇਲੇ ਵੀ ਜਿੰਨਿਆਂ ਨੇ ਯਿਸੂ ਮਸੀਹ ਦੇ ਵੱਲ ਤੱਕਿਆ ਉਹ ਬਚ ਗਏ। ਤੇ ਅੱਜ ਵੀ ਜਿਹੜੇ ਯਿਸੂ ਮਸੀਹ ਦੇ ਵੱਲ ਤੱਕਣਗੇ ਉਹ ਬਚ ਜਾਣਗੇ। ਜਿਸ ਤਰ੍ਹਾਂ ਜਿੰਨਿਆਂ ਨੇ ਵੀ ਉਸ ਸੱਪ ਦੇ ਵੱਲ ਜੋ ਉੱਚੇ ਸਥਾਨ ਦੇ ਉੱਤੇ ਲਟਕਾਇਆ ਗਿਆ ਸੀ ਉਸ ਦੇ ਵੱਲ ਤੱਕਿਆ ਤੇ ਉਹ ਬਚ ਗਏ, ਇਸ ਤਰ੍ਹਾਂ ਅੱਜ ਵੀ ਅਸੀਂ ਜੇਕਰ वचन च लिखा जिस तरह से वचन में पढ़िया कि अपने विश्वास के करता और सिद्ध करने वाले यीशु मसीह की ओर ताकते रहो। जेकर असी भी अज उसके वल ताकते रहांगे, जेकर असी भी उसके वचन के वल ध्यान देवांगे, जेकर साडियां निगाहां भी उसके वचन के उत्ते टिकियां रहणगियां तां असी भी जरूर बच जावांगे। पर अफसोस की गल है कि अज असी यीशु मसीह दे नाल यीशु मसीह नूं तक्कण दे नाल नाल बहुत होर चीज़ां वल भी इधर उधर भी देख रहे हैं ते इत्थे ही असी मिलावट कर लैंदे हैं ते इत्थे ही गड़बड़ है। यीशु दे नाल साडा भरोसा, यीशु दे नाल नाल साडा भरोसा जो इंसानां ते भी हो गया ते असी सोचते हैं कि यीशु मसीह की तरह असी उन्हां इंसानां दे नाल भी चलांगे। सो इस तरह कदे भी नहीं हो सकता। असी सोचते हैं कि जो महिमा इज्जत यीशु मसीह नूं देनी चाहिए है वो इन्हां इंसानां नूं भी दईए, इत्थे ही गलती है। यीशु मसीह नूं मिलण वाला हक असी किसी होर नूं नहीं दे सकते ते ना ही यीशु मसीह नूं मिलण वाली इज्जत असी किसी इंसान नूं दे सकते हैं। जो महिमा उसदी है उसे दी ही है ते रहेगी भी उसदी। उसनूं असी किसी भी इंसान नाल वंड नहीं सकते। असी किसी इंसान की इज्जत कर सकते हाँ पर उसकी प्रस्तिश, उसकी महिमा, उसकी वडियाई नहीं कर सकते। अज यही गड़बड़ है कि असी इंसानां नूं यीशु मसीह की जगह ते खड़ा कर लिया। असी इंसानां नूं जिहड़ी यीशु मसीह नूं महिमा देनी है उही अज असी देखते हैं कि इंसानां नूं मिल रही है।
ਯਿਸੂ ਮਸੀਹ ਦੇ ਬਾਰੇ ਕੋਈ ਗਾਲੀ ਗਲੋਚ, ਕੋਈ ਇਸ ਨੂੰ ਗਾਲਾਂ ਵੀ ਕੱਢੇ, ਤਾਂ ਵਚਨ 'ਚ ਲਿਖਿਆ ਹੋਇਆ, ਜਿਸ ਤਰ੍ਹਾਂ ਵਚਨ ਕਹਿੰਦਾ ਤੁਸੀਂ ਉਸ ਨੂੰ ਸਹਿ ਲਓ, ਤਾਂ ਅਸੀਂ ਸਹਿ ਲੈਂਦੇ ਹਾਂ। ਇਹ ਵਚਨ ਕਹਿੰਦਾ ਏਦਾਂ ਸਹਿ ਲਓ, ਪਰ ਅਸੀਂ ਬਰਦਾਸ਼ਤ ਕਰ ਲੈਂਦੇ ਹਾਂ। ਪਰ ਜਿਨ੍ਹਾਂ ਦੇ ਨਾਲ ਅਸੀਂ ਜੁੜੇ ਹਾਂ, ਜੇਕਰ ਉਹਨਾਂ ਨੂੰ ਕੋਈ ਬੁਰਾ ਕਹਿੰਦਾ ਆ ਤਾਂ ਅਸੀਂ ਜਰਦੇ ਨਹੀਂ। ਤੇ ਇਹ ਗੱਲ ਸਿੱਧੇ ਤੌਰ ਤੇ ਪ੍ਰਗਟ ਕਰਦੀ ਹੈ ਕਿ ਅਸੀਂ ਪ੍ਰਭੂ ਯਿਸੂ ਮਸੀਹ ਤੋਂ ਜ਼ਿਆਦਾ ਕਿਸੇ ਹੋਰ ਨੂੰ ਇੱਜ਼ਤ ਦਿੰਦੇ ਹਾਂ। ਸਾਡੀ ਨਿਗਾਹ ਯਿਸੂ ਮਸੀਹ ਤੋਂ ਜ਼ਿਆਦਾ ਇਨਸਾਨਾਂ ਦੇ ਉੱਤੇ ਟਿਕੀ ਹੋਈ ਹੈ। ਤੇ ਯਿਸੂ ਮਸੀਹ ਨੇ, ਅਸੀਂ ਵਚਨ ਦੇ ਵਿੱਚ ਕਿਹਾ, ਅਸੀਂ ਦੇਖਦੇ ਹਾਂ ਵਚਨ ਉਸਦਾ ਦੱਸਦਾ, ਜੇ ਤੁਸੀਂ ਨਵੇਂ ਨਿਯਮ ਦੇ ਵਿੱਚ ਪੜ੍ਹਦੇ ਹਾਂ, ਯਿਸੂ ਮਸੀਹ ਨੂੰ ਇੱਕ ਗਧੇ ਦੇ ਬੱਚੇ ਦੀ ਜ਼ਰੂਰਤ ਪਈ ਜਦੋਂ ਉਸਨੇ ਯਰੂਸ਼ਲਮ ਦੇ ਵਿੱਚ ਐਂਟਰ ਕਰਨਾ ਸੀ, ਦਾਖਲ ਹੋਣਾ ਸੀ। ਤਾਂ ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ ਕਿ ਸਾਹਮਣੇ ਨਗਰ ਦੇ ਵਿੱਚ ਜਾਓ ਤੇ ਇੱਕ ਗਧੀ ਦੇ ਬੱਚੇ ਨੂੰ ਜੋ ਇਸ ਜਗ੍ਹਾ ਬੰਨਿਆ ਹੋਇਆ ਹੈ ਉਸ ਨੂੰ ਖੋਲ ਕੇ ਲੈ ਆਓ, ਉਸ ਨੂੰ ਮੇਰੇ ਕੋਲ ਲੈ ਆਓ। ਸੋ ਜਿਸ ਤਰ੍ਹਾਂ ਯਿਸੂ ਮਸੀਹ ਨੇ ਜਿਸ ਤਰ੍ਹਾਂ ਉਹਨਾਂ ਨੂੰ ਕਿਹਾ, ਉਸੇ ਹੀ ਤਰ੍ਹਾਂ ਚੇਲਿਆਂ ਨੇ ਉਸ ਦੀ ਗੱਲ ਨੂੰ ਮੰਨਿਆ ਤੇ ਜੋ ਨਿਸ਼ਾਨੀਆਂ ਉਹਨਾਂ ਨੇ ਦੱਸੀਆਂ ਸੀ ਉਸੇ ਤਰ੍ਹਾਂ ਉਹਨਾਂ ਨੇ ਉਸ ਗੱਲ ਨੂੰ ਮੰਨਿਆ, ਉਸੇ ਤਰ੍ਹਾਂ ਉਹਨਾਂ ਨੇ ਪਾਇਆ ਤੇ ਉਹ ਉਸ ਗਧੇ ਨੂੰ ਖੋਲ ਕੇ ਪ੍ਰਭੂ ਯਿਸੂ ਮਸੀਹ ਦੇ ਕੋਲ ਲੈ ਕੇ ਗਏ। ਤੇ ਮੈਂ ਦੇਖਦਾ ਕਿ ਸਾਡੀ ਲਾਈਫ ਦੇ ਵਿੱਚ ਕੀ ਆ, ਯਿਸੂ ਮਸੀਹ ਸਾਨੂੰ ਜੋ ਕਰਨ ਦੇ ਲਈ ਕਹਿੰਦੇ ਆ, ਯਿਸੂ ਮਸੀਹ ਸਾਨੂੰ ਜੋ ਆਗਿਆ ਦਿੰਦੇ ਆ, ਜਿੱਥੇ ਜਾਣ ਨੂੰ ਉਹ ਕਹਿੰਦੇ ਆ, ਅਸੀਂ ਉੱਥੇ ਨਹੀਂ ਜਾਂਦੇ। ਯਿਸੂ ਮਸੀਹ ਜੋ ਸਾਨੂੰ ਨਿਸ਼ਾਨੀਆਂ ਦੱਸਦੇ ਆ, ਅਸੀਂ ਉਹਨਾਂ ਨਿਸ਼ਾਨੀਆਂ ਦੇ ਵੱਲ ਧਿਆਨ ਨਹੀਂ ਦਿੰਦੇ ਤੇ ਅਸੀਂ ਆਪਣੀ ਹੀ ਮਰਜ਼ੀ ਕਰਦੇ ਹਾਂ, ਅਸੀਂ ਹੋਰ ਹੀ ਕਿਤੇ ਚੱਲੇ ਫਿਰਦੇ ਹਾਂ। ਇੱਥੇ ਹੀ ਗੜਬੜ ਹੈ। ਜੋ ਨਿਸ਼ਾਨੀਆਂ ਉਸਨੇ ਦਿੱਤੀਆਂ ਉਹਨਾਂ ਤੇ ਗੌਰ ਵੀ ਨਹੀਂ ਕਰਦੇ। ਸੋ ਇੱਥੇ ਹੀ ਆ ਕੇ ਕਿਤੇ ਨਾ ਕਿਤੇ ਅਸੀਂ ਗਲਤੀ ਕਰਦੇ ਹਾਂ। ਧਿਆਨ ਦਿਓ, ਉਸਨੇ ਕਿਹਾ ਸੀ ਕਿ ਸਾਹਮਣੇ ਨਗਰ ਵਿੱਚ ਜਾਓ। ਅੱਜ ਅਸੀਂ ਜ਼ਿਆਦਾ ਅਕਲਮੰਦ ਹੋ ਗਏ ਹਾਂ ਕਿ ਅਸੀਂ ਪ੍ਰਭੂ ਯਿਸੂ ਮਸੀਹ ਦੇ ਨਾਲ ਸਿੱਧੀ ਗੱਲ ਕਰਨਾ ਚਾਹੁੰਦੇ ਹਾਂ। ਅਸੀਂ ਪ੍ਰਭੂ ਯਿਸੂ ਮਸੀਹ ਨੂੰ ਗਧੀ ਦੀ ਬੱਚੇ ਦੀ ਜ਼ਰੂਰਤ ਆ, ਅਸੀਂ ਅਕਲਮੰਦ ਬਣਦੇ ਹਾਂ। ਅਸੀਂ ਕਹਿੰਦੇ ਹਾਂ ਪ੍ਰਭੂ ਤੈਨੂੰ ਤਾਂ ਗਧੀ ਦਾ ਬੱਚਾ ਹੀ ਚਾਹੀਦਾ। ਅਸੀਂ ਲੈ ਕੇ ਆਉਂਦੇ ਹਾਂ, ਇਹ ਟੈਨਸ਼ਨ ਨਾਲ ਲੈ, ਅਸੀਂ ਜਿੱਥੋਂ ਮਰਜ਼ੀ ਲੈ ਕੇ ਆਈਏ। ਸੋ ਅਸੀਂ ਆਪਣੀ ਅਕਲ ਨੂੰ ਪ੍ਰਭੂ ਦੇ ਵਚਨ ਦੇ ਨਾਲ ਮਿਲਾਉਣ ਦੀ ਕੋਸ਼ਿਸ਼ ਕਰਦੇ ਹਾਂ ਤੇ ਉੱਥੇ ਹੀ ਗਲਤੀ ਕਰਦੇ ਹਾਂ। ਵਚਨ ਕਹਿੰਦਾ ਹੈ ਕਿ ਅਸੀਂ ਆਪਣੇ ਵਿਸ਼ਵਾਸ ਦੇ ਕਰਤਾ ਤੇ ਪੂਰਾ ਕਰਨ ਵਾਲੇ, ਸਿੱਧ ਕਰਨ ਵਾਲੇ ਯਿਸੂ ਮਸੀਹ ਦੇ ਵੱਲ ਤੱਕਦੇ ਰਹਿਣਾ ਤੇ ਜੋ ਉਹ ਸਾਨੂੰ ਕਰਨ ਦੇ ਲਈ ਕਹਿੰਦਾ ਉਹੀ ਅਸੀਂ ਕਰਨਾ ਹੈ। ਉਹਦੇ ਵੱਲ ਗੌਰ ਨਾਲ ਦੇਖੋ ਕਿ ਉਹ ਕੀ ਕਹਿ ਰਿਹਾ ਹੈ, ਕੀ ਇਸ਼ਾਰਾ ਕਰ ਰਿਹਾ ਹੈ। ਜੇਕਰ ਅਸੀਂ ਉਸ ਦੇ ਵੱਲ ਆਪਣੀ ਨਿਗਾਹ ਨੂੰ ਲਾਵਾਂਗੇ, ਉਹ ਸਾਨੂੰ ਕੀ ਕਰਨ ਦੇ ਲਈ ਕਹਿ ਰਿਹਾ ਹੈ, ਉਸ ਦਾ ਕੀ ਇਸ਼ਾਰਾ ਹੈ, ਉਸ ਦਾ ਕੀ ਮਕਸਦ ਹੈ, ਜੇਕਰ ਅਸੀਂ ਉਸ ਨੂੰ ਫੋਲੋ ਕਰਾਂਗੇ, ਅਸੀਂ ਉਸ ਨੂੰ ਦੇਖਾਂਗੇ, ਤਾਂ ਫੇਰ ਹੀ ਸਾਡੇ ਜੀਵਨ ਦੇ ਵਿੱਚ ਆਸ਼ੀਸ਼, ਫੇਰ ਹੀ ਉਹ ਆਤਮਿਕ ਤਰੱਕੀ ਆਏਗੀ। ਔਰ ਇਸੇ ਤਰ੍ਹਾਂ ਅਸੀਂ ਇੱਕ ਹੋਰ ਵਚਨ ਪੁਰਾਣੇ ਨਿਯਮ ਦੇ ਵਿੱਚ ਦੂਸਰਾ ਰਾਜਾ ਉਸਦਾ 2 ਅਧਿਆਏ ਜਦੋਂ ਅਸੀਂ ਪੜ੍ਹਦੇ ਹਾਂ 1 ਆਇਤ ਤੋਂ ਲੈ ਕੇ 10 ਆਇਤ ਤੱਕ, ਉੱਥੇ ਅਸੀਂ ਅਲੀਸ਼ਾ ਤੇ ਏਲੀਆ ਦੇ ਬਾਰੇ ਪੜ੍ਹਦੇ ਹਾਂ। ਅਸੀਂ ਦੇਖਦੇ ਹਾਂ ਕਿ ਅਲੀਸ਼ਾ ਆਪਣੇ ਉਸਤਾਦ ਏਲੀਆ ਦਾ ਦੁੱਗਣਾ ਮੱਸਾ ਪਾਉਣ ਵਿੱਚ ਇਸ ਲਈ ਕਾਮਯਾਬ ਹੋਇਆ ਕਿਉਂਕਿ ਉਸਦੇ ਉਸਤਾਦ ਨੇ ਉਸਦੇ ਅੱਗੇ ਕੰਡੀਸ਼ਨ ਰੱਖੀ ਸੀ। ਅਲੀਸ਼ਾ ਨੇ ਜਦੋਂ ਏਲੀਆ ਦਾ ਪਿੱਛਾ ਨਾ ਛੱਡਿਆ ਤਾਂ ਏਲੀਆ ਨੇ ਉਸ ਨੂੰ ਪੁੱਛਿਆ ਕਿ ਤੂੰ ਚਾਹੁੰਦਾ ਕੀ ਹੈ? ਤਾਂ ਅਲੀਸ਼ਾ ਨੇ ਕਿਹਾ ਕਿ ਤੇਰੀ ਆਤਮਾ ਦਾ ਦੁੱਗਣਾ ਮੱਸਾ ਮੇਰੇ ਤੇ ਠਹਿਰੇ। ਏਲੀਆ ਨੇ ਕਿਹਾ ਕਿ ਗੱਲ ਤਾਂ ਤੂੰ ਬਹੁਤ ਮੁਸ਼ਕਿਲ ਕੀਤੀ ਹੈ, ਪਰ ਜੇ ਤੂੰ ਮੈਨੂੰ ਆਖਰੀ ਸਮੇਂ ਤੱਕ, ਜਦੋਂ ਖੁਦਾ ਮੈਨੂੰ ਤੇਰੇ ਤੋਂ ਲੈ ਲਵੇ, ਮੈਨੂੰ ਇਸ ਜਗ੍ਹਾ ਤੋਂ ਲੈ ਲਵੇ, ਜੇ ਤੂੰ ਮੈਨੂੰ ਉਠਾਏ ਜਾਨੂੰ ਦੇਖ ਲਵੇ, ਤਾਂ ਤੇਰੇ ਨਾਲ ਇਸੇ ਤਰ੍ਹਾਂ ਹੋ ਜਾਵੇਗਾ। ਹੁਣ ਅਲੀਸ਼ਾ ਦੀ ਜ਼ਿੰਦਗੀ ਦਾ ਇੱਕੋ ਹੀ ਇੱਕ ਮਕਸਦ ਤੇ ਇੱਕੋ ਇੱਕ ਨਿਸ਼ਾਨਾ ਸੀ ਉਸ ਵੇਲੇ
ਕਿ ਮੈਂ ਆਪਣੀ ਨਿਗਾਹ ਨੂੰ ਏਲੀਆ ਤੋਂ ਇੱਧਰ ਉੱਧਰ 1 ਮਿੰਟ 1 ਸੈਕਿੰਡ ਦੇ ਲਈ ਵੀ ਇੱਧਰ ਉੱਧਰ ਨਹੀਂ ਫੇਰਾਂਗਾ। ਹੁਣ ਵਚਨ ਕਹਿੰਦਾ ਹੈ ਕਿ ਵਿਸ਼ਵਾਸ ਦੇ ਕਰਤਾ ਤੇ ਸਿੱਧ ਕਰਨ ਵਾਲੇ ਦੇ ਵੱਲ ਦੇਖਦੇ ਰਹੋ। ਹੁਣ ਸਾਡੇ ਕੋਲ ਇੱਕ ਸਿੱਧੀ ਐਗਜ਼ਾਮਪਲ ਆ, ਇਸ ਨੂੰ ਅਸੀਂ ਪੜ੍ਹ ਸਕਦੇ ਹਾਂ। ਦੂਸਰਾ ਰਾਜਾ ਉਸ ਦੇ 2 ਅਧਿਆਏ ਉਸ ਦੀ 1 ਤੋਂ 10 ਆਇਤ ਦੇ ਵਿੱਚ ਇੱਥੇ ਅਸੀਂ ਦੇਖਦੇ ਹਾਂ। ਹੁਣ ਸਾਡੇ ਕੋਲ ਇੱਕ, ਜਿਸ ਤਰ੍ਹਾਂ ਮੈਂ ਕਿਹਾ, ਕਿ ਸਿੱਧੀ ਸਾਡੇ ਕੋਲ ਐਗਜ਼ਾਮਪਲ ਆ। ਇਹ ਇੱਕ ਇਨਸਾਨ ਨੇ ਉਸੇ ਤਰ੍ਹਾਂ ਕੀਤਾ ਜਿਸ ਤਰ੍ਹਾਂ ਉਸਦੇ ਉਸਤਾਦ ਨੇ ਉਸਨੂੰ ਕਿਹਾ। ਅਲੀਸ਼ਾ ਨੇ ਉਸੇ ਤਰ੍ਹਾਂ ਕੀਤਾ ਜਿਸ ਤਰ੍ਹਾਂ ਏਲੀਆ ਨੇ ਉਸਨੂੰ ਕਿਹਾ। ਤੇ ਅਸੀਂ ਦੇਖਦੇ ਹਾਂ ਕਿ ਖੁਦਾ ਨੇ ਕਿੰਨੀ ਵੱਡੀ ਕੁਦਰਤ ਦੇ ਨਾਲ ਉਸ ਇਨਸਾਨ ਨੂੰ ਭਰ ਦਿੱਤਾ ਤੇ ਇਸਤੇਮਾਲ ਵੀ ਕੀਤਾ। ਅਲੀਸ਼ਾ ਨੂੰ ਕਿੰਨੇ ਦੁੱਗਣਾ ਵਸਾ ਦੇ ਨਾਲ ਭਰਿਆ ਤੇ ਉਸ ਨੂੰ ਇਸਤੇਮਾਲ ਵੀ ਕੀਤਾ। ਉਸੇ ਤਰ੍ਹਾਂ ਸਾਡੀ ਨਜ਼ਰ ਵੀ ਜਦ ਤੱਕ ਸਾਡੀ ਜ਼ਿੰਦਗੀ ਆ, ਸਾਡੇ ਸਾਹ ਚੱਲਦੇ ਆ, ਉਸ ਸਮੇਂ ਤੱਕ ਪ੍ਰਭੂ ਯਿਸੂ ਮਸੀਹ ਤੇ ਟਿਕੀ ਰਹਿਣੀ ਚਾਹੀਦੀ ਹੈ। ਵਚਨ ਕਹਿੰਦਾ ਹੈ ਕਿ ਤੂੰ ਇੱਧਰ ਉੱਧਰ ਨਾ ਦੇਖ, ਪਰ ਸਿੱਧਾ ਆਪਣੇ ਈਮਾਨ ਦੇ ਕਰਤਾ ਤੇ ਉਸ ਨੂੰ ਸਿੱਧ ਕਰਨ ਵਾਲੇ ਦੇ ਵੱਲ ਤੱਕ, ਉਸੇ ਵੱਲ ਦੇਖਦੇ ਰਹਿਣਾ ਆਪਣੀ ਆਖਰੀ ਸਾਹ ਤੱਕ। ਸੋ ਜੇਕਰ ਅਲੀਸ਼ਾ ਏਲੀਆ ਵੱਲ ਤੱਕਦਾ ਰਿਹਾ ਤਾਂ ਉਸ ਦਾ ਰਿਜ਼ਲਟ ਅਸੀਂ ਦੇਖਦੇ ਹਾਂ ਕਿ ਜਿਸ ਤਰ੍ਹਾਂ ਉਸਨੇ ਚਾਹਿਆ ਉਸੇ ਤਰ੍ਹਾਂ ਉਸਦੇ ਨਾਲ ਹੋ ਵੀ ਗਿਆ। ਇਸੇ ਤਰ੍ਹਾਂ ਵਚਨ ਸਾਨੂੰ ਸਮਝਾਉਂਦਾ ਹੈ, ਵਚਨ ਸਾਨੂੰ ਦੱਸਦਾ ਹੈ ਕਿ ਇਸੇ ਤਰ੍ਹਾਂ ਕਿ ਅਸੀਂ ਵੀ ਜੇਕਰ ਯਿਸੂ ਮਸੀਹ ਦੇ ਵੱਲ ਤੱਕਦੇ ਰਵਾਂਗੇ, ਫਿਰ ਅਸੀਂ ਵੀ ਉਹ ਕਰ ਸਕਾਂਗੇ ਜੋ ਯਿਸੂ ਮਸੀਹ ਕਰ ਗਿਆ। ਪਰ ਜੇ ਅਸੀਂ ਕਿਤੇ ਵੀ ਗਲਤੀ ਕਰ ਗਏ, ਫਿਰ ਸਾਨੂੰ ਕੁਝ ਵੀ ਪ੍ਰਾਪਤ ਹੋਣ ਵਾਲਾ ਨਹੀਂ। ਜਿਸ ਤਰ੍ਹਾਂ ਉਹ ਲਿਖਿਆ, ਉਠਾਏ ਜਾਣ ਤੱਕ ਏਲੀਆ ਨੇ ਉਸਨੂੰ ਕਾਫੀ ਵਾਰ ਕਿਹਾ ਕਿ ਤੂੰ ਇੱਥੇ ਰੁਕ, ਮੈਂ ਇੱਧਰ ਜਾਂਦਾ ਹਾਂ, ਪਰ ਉਹ ਨਹੀਂ ਰੁਕਿਆ। ਜਦੋਂ ਉਸਨੂੰ ਪਤਾ ਲੱਗ ਗਿਆ ਕਿ ਹੁਣ ਮੇਰਾ ਉਸਤਾਦ ਏਲੀਆ ਜੋ ਹੈ ਉਠਾਇਆ ਜਾਣਾ ਹੈ ਉਸਨੂੰ, ਤਾਂ ਉਸ ਆਖਰੀ ਸਮੇਂ ਦੇ ਵਿੱਚ ਉਸਨੇ 1 ਸੈਕਿੰਡ ਦੇ ਲਈ ਵੀ ਆਪਣੇ ਉਸਤਾਦ ਦਾ ਪਿੱਛਾ ਨਹੀਂ ਛੱਡਿਆ ਤੇ ਉਸਦੇ ਮਗਰ ਜਿੱਧਰ ਵੀ ਉਹ ਜਾਂਦਾ ਸੀ, ਜੋ ਵੀ ਉਹ ਕਰਦਾ ਸੀ, ਉਹਦੇ ਨਾਲ ਰਿਹਾ, ਉਹ ਦੇਖਦਾ ਰਿਹਾ ਉਹ ਕੀ ਕਰਦਾ ਹੈ। ਕਿਉਂਕਿ ਉਹ ਕੁਝ ਪਾਉਣਾ ਚਾਹੁੰਦਾ ਸੀ। ਤੇ ਇਸੇ ਤਰ੍ਹਾਂ ਵਚਨ ਦੱਸਦਾ ਹੈ ਅਸੀਂ ਵੀ ਆਖਰੀ ਸਮਿਆਂ ਦੇ ਵਿੱਚ ਬੈਠੇ ਹਾਂ। ਵਚਨ ਦੱਸਦਾ ਹੈ ਕਿ ਇਹ ਜੋ ਦਿਨ ਹਨ, ਜੋ ਆਖਰੀ ਦਿਨ ਚੱਲ ਰਹੇ ਆ, ਅਸੀਂ ਵੀ ਆਖਰੀ ਸਮੇਂ ਦੇ ਵਿੱਚ ਬੈਠੇ ਹਾਂ। ਸੋ ਉਹ ਦਿਨ ਵੀ ਆਉਂਦਾ ਹੈ ਜਦੋਂ ਅਸੀਂ ਵੀ, ਵਚਨ ਦੱਸਦਾ ਹੈ ਕਿ ਅੱਖ ਦੇ ਝਪਕਦੇ ਸਾਰ ਹੋਰ ਦੇ ਹੋਰ ਹੋਣਾ ਹੈ ਤੇ ਬਦਲਾਂ ਦੇ ਉੱਤੇ ਉਠਾਏ ਜਾਣਾ ਹੈ। ਤੇ ਮੈਂ ਦੱਸਣਾ ਚਾਹੁੰਦਾ ਕਿ ਉਠਾਏ ਉਹ ਜਾਣਗੇ ਜਿਹੜੇ ਤਿਆਰ ਹੋਣਗੇ, ਜਿਨ੍ਹਾਂ ਦੀ ਨਿਗਾਹ ਆਪਣੇ ਵਿਸ਼ਵਾਸ ਦੇ ਕਰਤਾ ਤੇ ਸਿੱਧ ਕਰਨ ਵਾਲੇ ਯਿਸੂ ਮਸੀਹ ਦੇ ਵੱਲ ਉਸ ਵੇਲੇ ਲੱਗੀ ਹੋਈ ਹੋਵੇਗੀ। ਸਿਰਫ ਉਹੀ ਉਠਾਏ ਜਾਣਗੇ, ਔਰ ਜਿਹੜੇ ਉਸ ਵੇਲੇ ਉਹਨਾਂ ਆਪਣੀਆਂ ਹੀ ਮਸਤੀਆਂ ਦੇ ਵਿੱਚ ਗੁੰਮ ਹੋਣਗੇ, ਉਹ ਛੱਡ ਦਿੱਤੇ ਜਾਣਗੇ। ਸੋ ਵਚਨ ਦੇ ਅਨੁਸਾਰ ਅਸੀਂ ਆਪਣੇ ਵਿਸ਼ਵਾਸ ਦੇ ਕਰਤਾ ਤੇ ਸਿੱਧ ਕਰਨ ਵਾਲੇ ਦੇ ਵੱਲ ਤੱਕਦੇ ਰਹਿਣਾ ਹੈ। ਜੇਕਰ ਅਸੀਂ ਤੱਕਦੇ ਰਵਾਂਗੇ ਤਾਂ ਅਸੀਂ ਇਹ ਸਿੱਖ ਲਵਾਂਗੇ ਕਿ ਉਸਨੇ ਕਿਸ ਤਰ੍ਹਾਂ ਇੰਨਾ ਵੱਡਾ ਦੁੱਖ ਸਹਿ ਲਿਆ। ਜੇਕਰ ਇਹ ਤਜਰਬਾ ਸਾਡੇ ਅੰਦਰ ਆ ਜਾਵੇਗਾ ਨਾ, ਤਾਂ ਅਸੀਂ ਵੀ ਸਹਿ ਸਕਾਂਗੇ, ਨਹੀਂ ਤਾਂ ਅਸੀਂ ਟੁੱਟ ਜਾਵਾਂਗੇ। ਉਸਨੇ ਬੇਇੱਜ਼ਤੀ ਕਿਸ ਤਰ੍ਹਾਂ ਸਹਿ ਲਈ, ਇੰਨਾ ਜ਼ਲੀਲ ਉਹ ਕਿਸ ਤਰ੍ਹਾਂ ਹੋ ਗਿਆ, ਕਿਸ ਤਰ੍ਹਾਂ ਇੰਨਾ ਕੁਝ ਸੁਣਨ ਤੋਂ ਬਾਅਦ ਵੀ ਉਸਦਾ ਕ੍ਰੋਧ ਨਹੀਂ ਫੜ ਗਿਆ। ਜੇਕਰ ਅਸੀਂ ਪੂਰਾ ਧਿਆਨ ਲਗਾ ਕੇ ਉਸਦੇ ਜੀਵਨ ਨੂੰ ਦੇਖਾਂਗੇ ਤਾਂ ਅਸੀਂ ਵੀ ਉਸ ਤਰ੍ਹਾਂ ਕਰ ਸਕਾਂਗੇ। ਅਸੀਂ ਅਕਸਰ ਕਹਿੰਦੇ ਹਾਂ ਕਿ ਅਸੀਂ ਕਰਨਾ ਤਾਂ ਚਾਹੁੰਦੇ ਹਾਂ, ਪਰ ਸਾਡੇ ਕੋਲੋਂ ਹੁੰਦਾ ਨਹੀਂ। ਸੋ ਜਿੰਨਾ ਵਚਨ ਨੂੰ ਅਸੀਂ ਟਿਕ ਲਗਾ ਕੇ ਦੇਖਾਂਗੇ ਨਾ, ਜਿੰਨਾ ਚਬਾ ਕੇ ਉਸਦੇ ਵਚਨ ਨੂੰ ਅਸੀਂ ਖਾਵਾਂਗੇ, ਉਨਾ ਹੀ ਇਹ ਵਚਨ ਸਾਨੂੰ ਤਾਕਤ ਦੇਗਾ, ਉਨਾ ਹੀ ਸਾਨੂੰ ਇਹ ਸਹਿਣਸ਼ੀਲ ਬਣਾਏਗਾ, ਉਨਾ ਹੀ ਸਾਨੂੰ ਇਹ ਦੀਨ ਬਣਾਏਗਾ, ਉਨਾ ਹੀ ਸੰਸਾਰ ਨੂੰ ਬਰਦਾਸ਼ਤ ਅਸੀਂ ਕਰ ਸਕਾਂਗੇ। ਕਿਉਂਕਿ
ਵਚਨ ਉਹ ਦਵਾਈ ਆ ਜੋ ਸਾਡੀ ਹਰ ਇੱਕ ਆਤਮਿਕ ਤੇ ਸਰੀਰਕ ਬਿਮਾਰੀ ਨੂੰ ਠੀਕ ਕਰ ਦੇਵੇਗੀ। ਹਰ ਜਗ੍ਹਾ ਅਸਰ ਕਰੇਗੀ ਇਹ, ਪਰ ਇਸ ਨੂੰ ਲੈਣ ਦੇ ਤਰੀਕੇ ਦੇ ਨਾਲ ਸਾਨੂੰ ਪਰਹੇਜ਼ਗਾਰੀ ਵੀ ਜ਼ਰੂਰੀ ਕਰਨੀ ਹੈ। ਜਿਸ ਤਰ੍ਹਾਂ ਅਸੀਂ ਕੋਈ ਵੀ ਦਵਾਈ ਖਾਂਦੇ ਹਾਂ ਤਾਂ ਉਸ ਦੇ ਨਾਲ ਨਾਲ ਉਸ ਦੇ ਪਰਹੇਜ਼ ਵੀ ਜ਼ਰੂਰੀ ਹੁੰਦੇ ਆ, ਉਹ ਪਰਹੇਜ਼ ਸਾਨੂੰ ਕਰਨੇ ਪੈਂਦੇ ਆ। ਉਸੇ ਤਰ੍ਹਾਂ ਇਹ ਵਚਨ ਵੀ ਉਹ ਦਵਾਈ ਹੈ ਜਿਸ ਦੇ ਨਾਲ ਸਾਨੂੰ ਕੁਝ ਪਰਹੇਜ਼, ਸਾਨੂੰ ਪਰਮੇਸ਼ਵਰ ਦੇ ਵੱਲੋਂ ਕੁਝ ਹੁਕਮ ਆ ਕਿ ਤੁਸੀਂ ਕਿਸ ਤਰ੍ਹਾਂ ਕਰਨਾ ਹੈ। ਅਲੀਸ਼ਾ ਦੇ ਜੀਵਨ ਵਿੱਚ ਜੇਕਰ ਇਸ ਤਰ੍ਹਾਂ ਹੋ ਸਕਦਾ ਆ ਤਾਂ ਅੱਜ ਬਹੁਤ ਜ਼ਿਆਦਾ ਮੁਮਕਿਨ ਹੈ, ਮੈਂ ਸੋਚਦਾ ਵਿਸ਼ਵਾਸ ਦੇ ਵਿੱਚ, ਜੇ ਅਲੀਸ਼ਾ ਦੇ ਨਾਲ ਇਸ ਤਰ੍ਹਾਂ ਹੋ ਸਕਦਾ ਕਿ ਉਸ ਨੂੰ ਆਪਣੇ ਉਸਤਾਦ ਦਾ, ਉਸ ਦੀ ਆਤਮਾ ਦਾ ਦੁੱਗਣਾ ਮੱਸਾ ਪ੍ਰਾਪਤ ਹੋਇਆ। ਸੋ ਜੇਕਰ ਅਸੀਂ ਅੱਜ ਦੇ ਸਮੇਂ ਦੇ ਵਿੱਚ, ਜਦੋਂ ਅਸੀਂ ਅਨੁਗ੍ਰਹਿ ਦੇ ਸਮੇਂ ਦੇ ਵਿੱਚ ਰਹਿ ਰਹੇ ਹਾਂ, ਜੇਕਰ ਅਲੀਸ਼ਾ ਦੇ ਜੀਵਨ ਦੇ ਵਿੱਚ ਇਸ ਤਰ੍ਹਾਂ ਹੋ ਸਕਦਾ ਤਾਂ ਅੱਜ ਬਹੁਤ ਜ਼ਿਆਦਾ ਇਸ ਗੱਲ ਦੀ ਪੋਸੀਬਿਲਿਟੀ ਆ, ਇਹ ਮੁਮਕਿਨ ਆ ਤੇ ਇਹ ਬਿਲਕੁਲ ਆਸਾਨ ਆ। ਇਹ ਸਾਡੇ ਨਾਲ ਵੀ ਇਹ ਹੋ ਸਕਦਾ ਹੈ। ਅਸੀਂ ਵੀ ਪਰਮੇਸ਼ਰ ਦੇ ਅਭਿਸ਼ੇਕ ਦੇ ਨਾਲ, ਦੁੱਗਣਾ ਮੱਸਾ ਦੇ ਨਾਲ ਅਸੀਂ ਭਰ ਸਕਦੇ ਹਾਂ। ਅਸੀਂ ਦੇਖਦੇ ਹਾਂ ਅਲੀਸ਼ਾ ਦੇ ਸਾਹਮਣੇ ਤਾਂ ਇਨਸਾਨ ਸੀ, ਪਰ ਸਾਡੇ ਸਾਹਮਣੇ ਤਾਂ ਆਪ ਖੁਦਾ ਪ੍ਰਭੂ ਯਿਸੂ ਮਸੀਹ ਆ। ਆਪ ਖੁਦਾਵੰਦ ਖੁਦਾ ਪ੍ਰਭੂ ਯਿਸੂ ਮਸੀਹ ਆ। ਉਹ ਆਪ ਸਾਡੇ ਅੱਗੇ ਆ, ਸਾਡੇ ਕੋਲ ਹੈ। ਜੇਕਰ ਅਲੀਸ਼ਾ ਕਿਸੇ ਇਨਸਾਨ ਨੂੰ ਟਾਰਗੇਟ ਕਰਕੇ, ਉਸ ਨੂੰ ਨਿਸ਼ਾਨਾ ਰੱਖ ਕੇ ਆਪਣੀ ਮਨਚਾਹੀ ਇੱਛਾ ਨੂੰ ਪੂਰਾ ਕਰ ਸਕਦਾ ਤਾਂ ਸਾਡੇ ਸਾਹਮਣੇ ਤਾਂ ਸਿੱਧਾ ਸਿੱਧਾ ਖੁਦਾ ਹੈ। ਤਾਂ ਸਾਡੇ ਲਈ ਇਹ ਕੰਮ ਕਰਨਾ ਹੋਰ ਵੀ ਸੌਖਾ ਹੋ ਜਾਂਦਾ। ਸੋ ਅਸੀਂ ਦੇਖਦੇ ਹਾਂ ਵਚਨ ਇੱਥੇ ਸਿੱਧਾ ਸਿੱਧਾ ਸਾਨੂੰ ਇਸ਼ਾਰਾ ਕਰਦਾ ਹੈ ਕਿ ਅਸੀਂ ਪ੍ਰਭੂ ਯਿਸੂ ਮਸੀਹ ਦੇ ਵੱਲ ਤੱਕਦੇ ਰਹਿਣਾ ਹੈ। ਉਸੇ ਦੇ ਵੱਲ ਹੀ ਸਾਡੀ ਨਿਗਾਹ ਲੱਗੀ ਰਹਿਣੀ ਚਾਹੀਦੀ ਹੈ, ਜੋ ਸਾਡੇ ਵਿਸ਼ਵਾਸ ਦਾ ਕਰਤਾ ਤੇ ਉਸ ਨੂੰ ਸਿੱਧ ਕਰਨ ਵਾਲਾ, ਉਸ ਨੂੰ ਪੂਰਾ ਕਰਨ ਵਾਲਾ ਹੈ। ਜੇਕਰ ਸਾਡੀ ਨਿਗਾਹ ਉਸ ਦੇ ਵੱਲ ਲੱਗੀ ਰਹੇਗੀ ਤਾਂ ਹੀ, ਮੈਂ ਫੇਰ ਕਹਿੰਦਾ, ਜੇਕਰ ਸਾਡੀ ਨਿਗਾਹ ਉਸ ਦੇ ਉੱਤੇ ਲੱਗੀ ਰਹੇਗੀ, ਜਿਸ ਤਰ੍ਹਾਂ ਏਲੀਆ ਦੇ ਉੱਤੇ ਅਲੀਸ਼ਾ ਦੀ ਨਿਗਾਹ ਉਸ ਵੇਲੇ ਤੱਕ, ਆਖਰੀ ਸਮੇਂ ਤੱਕ ਲੱਗੀ ਰਹੀ, ਉਸੇ ਤਰ੍ਹਾਂ ਜੇਕਰ ਆਖਰੀ ਸਮੇਂ, ਆਖਰੀ ਸਾਹ ਤੱਕ ਸਾਡੀ ਨਿਗਾਹ ਵੀ ਪ੍ਰਭੂ ਯਿਸੂ ਮਸੀਹ ਦੇ ਵੱਲ, ਜੋ ਸਾਡੇ ਵਿਸ਼ਵਾਸ ਦਾ ਕਰਤਾ ਤੇ ਉਸ ਨੂੰ ਪੂਰਾ ਕਰਨ ਵਾਲਾ ਹੈ, ਲੱਗੀ ਰਹਿੰਦੀ ਹੈ, ਤਾਂ ਅਸੀਂ ਵੀ ਉਸ ਦੌੜ ਨੂੰ ਪੂਰਾ ਕਰ ਲਵਾਂਗੇ। ਅਸੀਂ ਵੀ ਉਸ ਆਨੰਦ ਦੇ ਵਿੱਚ ਪਹੁੰਚ ਜਾਵਾਂਗੇ, ਜੋ ਆਨੰਦ ਪ੍ਰਭੂ ਯਿਸੂ ਮਸੀਹ ਨੇ ਆਪਣੇ ਪਿਆਰ ਕਰਨ ਵਾਲਿਆਂ ਦੇ ਲਈ ਰੱਖਿਆ ਹੋਇਆ, ਆਪਣੇ ਤਾਲਿਬਾਂ ਦੇ ਲਈ ਰੱਖਿਆ ਹੋਇਆ। ਸੋ ਆਓ ਇਸ ਵਚਨ ਤੋਂ, ਇਸ ਵਚਨ ਦੇ ਦੁਆਰਾ, ਇਸ ਵਚਨ ਨੂੰ ਸਿੱਖਦੇ ਹੋਏ ਅਸੀਂ ਆਪਣੇ ਜੀਵਨਾਂ ਦੀ ਚੌਕਸੀ ਕਰੀਏ। ਅਸੀਂ ਪਰਮੇਸ਼ਵਰ ਦੇ ਵੱਲ ਤੱਕਣਾ ਹੈ, ਅਸੀਂ ਪ੍ਰਭੂ ਯਿਸੂ ਮਸੀਹ ਦੇ ਵੱਲ ਤੱਕਣਾ ਹੈ, ਜੋ ਸਾਡੇ ਵਿਸ਼ਵਾਸ ਦਾ ਕਰਤਾ ਹੈ, ਸਿੱਧ ਕਰਨ ਵਾਲਾ ਹੈ। ਅਸੀਂ ਕਿਸੇ ਵੀ ਵਸਤੂ ਦੇ ਵੱਲ, ਕਿਸੇ ਤੱਤ ਵਿਗਿਆਨ ਦੇ ਵੱਲ ਧਿਆਨ ਨਹੀਂ ਦੇਣਾ ਹੈ, ਕਿਉਂਕਿ ਸਾਡਾ ਨਿਸ਼ਾਨਾ, ਸਾਨੂੰ ਪਰਮੇਸ਼ਵਰ ਨੇ ਚੁਣਿਆ ਹੀ ਇਸ ਲਈ ਹੈ, ਸਾਨੂੰ ਪਰਮੇਸ਼ਵਰ ਨੇ ਬੁਲਾਇਆ ਹੀ ਇਸ ਕਰਕੇ ਹੈ, ਤਾਂ ਜੋ ਅਸੀਂ ਉਸ ਇਨਾਮ ਨੂੰ ਪਾਈਏ, ਜੋ ਇਨਾਮ ਉਹ ਸਾਨੂੰ ਦੇਣਾ ਚਾਹੁੰਦਾ ਹੈ, ਜੋ ਇਨਾਮ ਉਸ ਨੇ ਸਾਡੇ ਲਈ ਰੱਖਿਆ ਹੋਇਆ ਹੈ। ਦੁਨੀਆ ਦੇ ਵਿੱਚ ਜੋ ਵੀ ਚੀਜ਼ਾਂ ਅਸੀਂ ਦੇਖਦੇ ਹਾਂ, ਉਹ ਅਸੀਂ ਆਪ ਆਪਣੀ ਮਿਹਨਤ ਦੇ ਨਾਲ ਹਾਸਲ ਕਰ ਸਕਦੇ ਹਾਂ। ਉਹਨਾਂ ਦੇ ਲਈ ਸਾਨੂੰ ਪ੍ਰਭੂ ਦੇ ਅੱਗੇ ਪ੍ਰਾਰਥਨਾ ਕਰਨ ਦੀ ਲੋੜ ਨਹੀਂ ਹੈ, ਕਿਉਂਕਿ ਅਸੀਂ ਦੇਖਦੇ ਹਾਂ ਇਸ ਸੰਸਾਰ ਦੇ ਵਿੱਚ ਬਹੁਤ ਸਾਰੇ ਲੋਕ ਆ ਜੋ ਪ੍ਰਭੂ ਨੂੰ ਵੀ ਨਹੀਂ ਮੰਨਦੇ ਤੇ ਸਾਡੇ ਨਾਲੋਂ ਕਿਤੇ ਜ਼ਿਆਦਾ ਉਹ ਅਮੀਰ ਹਨ। ਪਰ ਪ੍ਰਭੂ ਦਾ ਧੰਨਵਾਦ ਕਿ ਸਾਡੇ ਕੋਲ ਉਹ ਪ੍ਰਭੂ ਆ ਜੋ ਇਹਨਾਂ ਸਾਰੀਆਂ ਚੀਜ਼ਾਂ ਦੇ ਉੱਤੇ ਮਹਾਨ ਔਰ ਰਾਜ ਕਰਨ ਵਾਲਾ ਪਰਮੇਸ਼ਰ ਹੈ। ਔਰ ਵਚਨ ਦੱਸਦਾ, ਜਿਸ ਤਰ੍ਹਾਂ ਪੌਲਸ ਕਹਿੰਦਾ ਹੈ ਕਿ ਇਹ ਗੱਲਾਂ, ਇਹ ਸੰਸਾਰ ਮੇਰੇ ਲਈ ਕੂੜਾ ਹੈ। ਸੋ ਅਸੀਂ ਵੀ ਇਹਨਾਂ ਗੱਲਾਂ ਨੂੰ, ਇਹਨਾਂ ਆਸ਼ੀਸ਼ਾਂ ਬਰਕਤਾਂ ਨੂੰ ਪਰੇ ਸੁੱਟਦੇ ਹੋਏ, ਮੈਂ ਫਿਰ ਕਹਿੰਦਾ, ਅਸੀਂ ਇਹਨਾਂ ਆਸ਼ੀਸ਼ਾਂ ਬਰਕਤਾਂ ਨੂੰ ਪਰੇ ਸੁੱਟਦੇ ਹੋਏ, ਇਹਨਾਂ ਨੂੰ ਕੂੜਾ ਸਮਝਦੇ ਹੋਏ ਆਪਣੇ ਵਿਸ਼ਵਾਸ ਦੇ ਕਰਤਾ ਤੇ ਸਿੱਧ ਕਰਨ ਵਾਲੇ ਦੇ ਵੱਲ ਤੱਕਦੇ ਰਹੀਏ, ਤਾਂ ਜੋ ਪਰਮੇਸ਼ਰ
ਦੇ ਉਸ ਇਨਾਮ ਨੂੰ ਜੋ ਉਸਨੇ ਸਾਡੇ ਲਈ ਰੱਖਿਆ ਹੈ ਅਸੀਂ ਪਾ ਲਈਏ। ਸੋ ਪ੍ਰਭੂ ਦਾ ਧੰਨਵਾਦ ਅੱਜ ਇਸ ਵਚਨ ਦੇ ਲਈ। ਆਓ ਅਸੀਂ ਪ੍ਰਾਰਥਨਾ ਕਰਾਂਗੇ। ਪਿਤਾ ਪਰਮੇਸ਼ਵਰ, ਧੰਨਵਾਦ ਕਰਦੇ ਹਾਂ, ਸ਼ੁਕਰ ਤਾਰੀਫ ਕਰਦੇ ਹਾਂ ਜੋ ਵੀ ਅੱਜ ਤੇਰਾ ਵਚਨ, ਤੇਰਾ ਕਲਾਮ ਅਸੀਂ ਸਿੱਖਿਆ ਹੈ ਪ੍ਰਭੂ। ਇਸ ਕਲਾਮ ਦੇ ਵਸੀਲੇ ਦੇ ਨਾਲ ਸਾਡੀ ਆਤਮਿਕ ਉન્નਤੀ ਦੇ ਵਿੱਚ ਖੁਦਾਵੰਦ ਸਾਨੂੰ ਆਪਣੇ ਵੱਲ ਹੋਰ ਇੱਕ ਕਦਮ ਲੈ ਕੇ ਜਾਓ ਪ੍ਰਭੂ, ਤਾਂ ਹੋਰ ਵੀ ਤੁਹਾਨੂੰ ਗਹਿਰਾਈ ਦੇ ਨਾਲ ਜਾਣ ਸਕੀਏ, ਤੁਹਾਡੇ ਯੋਗ ਵਡਿਆਈ ਕਰ ਸਕੀਏ ਖੁਦਾ। ਜਦੋਂ ਸਾਨੂੰ ਲੈਣ ਦੇ ਲਈ ਆਵੇਂ ਪ੍ਰਭੂ ਜੀ, ਅਸੀਂ ਆਪਣੇ ਆਪ ਨੂੰ ਤੁਹਾਡੇ ਅੱਗੇ ਨਿਰਮਲ, ਨਿਸ਼ਕਲੰਕ ਔਰ ਬਿਨਾਂ ਕਿਸੇ ਧੱਬੇ ਤੋਂ ਪੇਸ਼ ਕਰ ਸਕੀਏ ਖੁਦਾ। ਧੰਨਵਾਦ ਕਰਦੇ ਹਾਂ, ਸ਼ੁਕਰ ਤਾਰੀਫ ਕਰਦੇ ਹਾਂ, ਸਾਰਾ ਆਦਰ ਮਹਿਮਤ ਤੁਹਾਨੂੰ ਦਿੰਦੇ ਹਾਂ ਪ੍ਰਭੂ ਯਿਸੂ ਮਸੀਹ ਦੇ ਨਾਮ ਵਿੱਚ ਮੰਗਦੇ ਹਾਂ, ਆਮੀਨ। ਪ੍ਰਭੂ ਤੁਹਾਨੂੰ ਬਹੁਤ ਬਰਕਤ ਦੇਵੇ, ਆਮੀਨ।